भाई साहब परदेसी कदों रोंदा है, ਇਹਦੀ ਵੰਡ ਕੱਢਣੀ ਹੈ ਵੀ ਪਰਦੇਸੀ ਕਿਸ ਦਿਨ ਰੋਂਦਾ ਹੈ ਤੇ ਕਿਸ ਦਿਨ ਹੱਸਦਾ ਹੈ। ਪਰਦੇਸੀ ਦਾ ਜਦੋਂ ਵੀਜ਼ਾ ਲੱਗਦਾ ਹੈ ਫਿਰ ਉਹ ਟਿਕਟ ਕਰਾਉਂਦਾ ਹੈ, ਫਿਰ ਉਹਦੇ ਬੈਗ ਤਿਆਰ ਕੀਤੇ ਜਾਂਦੇ ਨੇ, ਉਹਦੀ ਭੈਣ, ਉਹਦੀ ਮਾਂ, ਉਹਦੀ ਬੀਵੀ। ਪਰਦੇਸੀ ਬਿਲਕੁਲ ਖੁਸ਼ਬਾਸ਼ ਹੁੰਦਾ, ਦੇਖਣ ਵਿੱਚ ਇੰਝ ਸ਼ਾਸ਼ੋ ਬਸ਼ਾਸ਼। ਉਹਨੂੰ ਵਾਜ਼ਿਆ ਤੌਰ 'ਤੇ ਨਜ਼ਰ ਆਉਂਦਾ ਹੁੰਦਾ ਪਿਆ ਕਿ ਬਈ ਮੈਂ ਹੁਣ ਇੱਥੋਂ ਜਾਣ ਵਾਲਾ, ਔਰ ਕਈਆਂ ਸਾਲਾਂ ਵਾਸਤੇ ਜਾਣ ਵਾਲਾ, ਕੁਝ ਘੰਟਿਆਂ ਜਾਂ ਕੁਝ ਦਿਨਾਂ ਵਾਸਤੇ ਨਹੀਂ, ਪਤਾ ਨਹੀਂ ਕਿੰਨੇ ਸਾਲ ਰਹਿਣਾ। ਉਹਦੇ ਕੋਲ ਕੋਈ ਲਿਮਿਟ ਨਹੀਂ ਹੁੰਦੀ ਹੈ ਵੀ ਬੇਸ਼ੱਕ ਉਹ ਕਹੇ ਕਿ ਮੈਂ ਫਲਾਣੇ ਦਿਨ ਆਵਾਂਗਾ, ਲੇਕਿਨ ਉਹਦੇ ਕੋਲ ਕੋਈ ਲਿਮਿਟ ਨਹੀਂ ਹੁੰਦੀ, ਕਿਉਂਕਿ ਇਹ ਉੱਥੇ ਜਾ ਕੇ ਪਤਾ ਲੱਗਦਾ ਕਿ ਬਈ ਕਿੰਨਿਆਂ ਸਾਲਾਂ ਬਾਅਦ ਆਉਣਾ। ਫਿਰ ਉਹ ਏਅਰਪੋਰਟ ਨੂੰ ਨਿਕਲਦਾ, ਫਿਰ ਏਅਰਪੋਰਟ 'ਤੇ ਜਾ ਕੇ ਜਦੋਂ ਸਾਰੇ ਘਰ ਦੇ ਗੱਡੀ ਦੇ ਵਿੱਚ ਮਿਲਦੇ ਨੇ ਉਹਨੂੰ, ਫਿਰ ਉਹਨੂੰ ਪੱਕਾ ਪਤਾ ਹੁੰਦਾ ਕਿ ਵੀ ਮੈਂ ਹੁਣ ਜਹਾਜ਼ ਦੇ ਵਿੱਚ ਬਹਿਣ ਵਾਲਾ ਹਾਂ। ਫਿਰ ਉਹ ਏਅਰਪੋਰਟ ਦੇ ਅੰਦਰ ਜਾਂਦਾ, ਜਹਾਜ਼ ਦੇ ਵਿੱਚ ਬਹਿ ਜਾਂਦਾ, ਬਿਲਕੁਲ ਨਹੀਂ ਰੋਂਦਾ। ਹਾਲਾਂਕਿ ਸਾਰੇ ਜੀ ਏਅਰਪੋਰਟ ਦੇ ਉੱਤੋਂ ਛੱਡ ਕੇ ਗੱਡੀ ਦੇ ਵਿੱਚ ਵਾਪਸ ਆ ਜਾਂਦੇ ਨੇ, ਔਰ ਉਹ ਜਹਾਜ਼ ਦੇ ਵਿੱਚ ਕੱਲਮ ਕੱਲਾ ਤਨਹਾ, ਬਿਲਕੁਲ ਬੇਯਾਰੋ ਮਦਦਗਾਰ, ਸਿਵਾਏ ਅੱਲਾ ਦੀ ਜ਼ਾਤ ਦੇ ਉਹਦੇ ਨਾਲ ਕੋਈ ਸ਼ੈ ਨਹੀਂ ਹੁੰਦੀ, ਔਰ ਉਹ ਪਰਦੇਸ ਨੂੰ ਰੁੱਖ ਕਰ ਜਾਂਦਾ। ਫਿਰ ਉਹ ਅਰਬਾਂ ਵਿੱਚ ਔਰ ਯੂਰਪਾਂ ਵਿੱਚ ਕਈਆਂ ਮੁਲਕਾਂ ਦੇ ਵਿੱਚ ਜਾ ਕੇ ਉਤਰ ਜਾਂਦਾ। ਉਤਰ ਕੇ ਫਿਰ ਉਹਨੂੰ ਉੱਥੇ ਦੀ ਟੈਨਸ਼ਨ ਹੁੰਦੀ, ਉੱਥੇ ਦੀਆਂ ਕੰਪਨੀਆਂ ਦੀ, ਉੱਥੇ ਦੇ ਕੰਮ ਦੀ, ਉੱਥੇ ਦੇ ਕਫੀਲਾਂ ਦੀ, ਉੱਥੇ ਦੇ ਲੋਕਾਂ ਦੀ, ਉੱਥੇ ਦੇ ਰਹਿਣ ਸਹਿਣ ਦੀ, ਉੱਥੇ ਦੇ ਖਾਣ ਪੀਣ ਦੀ, ਕਿ ਬਈ ਮੈਂ ਹੁਣ ਇਹਨਾਂ ਦੇ ਨਾਲ ਕਿਸ ਤਰ੍ਹਾਂ ਰਹਿਣਾ। ਹੁਣ ਪਿੱਛੇ ਤੇ ਜਿਹੜਾ ਗਰਮ ਖਾਣੀ ਹੈ ਕਿ ਠੰਡੀ ਖਾਣੀ ਹੈ, ਕਿੰਨੇ ਵਜੇ ਖਾਣੀ ਹੈ ਅਤੇ ਕਿੰਨੇ ਵਜੇ ਉੱਠਣਾ ਹੈ, ਉਹ ਤਾਂ ਖਤਮ ਹੋ ਗਿਆ ਨਾ। ਹੁਣ ਤਾਂ ਨਾਲਦਿਆਂ ਦੇ ਨਾਲ ਹੀ, ਜਿੰਨੇ ਵਜੇ ਲੋਕ ਉੱਠਣਦੇ ਉਨੇ ਵਜੇ ਤੁਸੀਂ ਉੱਠਣਾ, ਨਹੀਂ ਉੱਠਣਾ ਤੇ ਤੁਹਾਡੀ ਸਿਰਦਰਦੀ, ਭੁੱਖਿਆ ਰਹਿਣਾ ਜੀ। ਲੋਕ ਟੁਰ ਗਏ ਨੇ ਤੇ ਤੁਸੀਂ ਪੈਦਲ ਜਾਣਾ। ਇਹ ਸਾਰੀਆਂ ਸਿਰਦਰਦੀਆਂ ਫਿਰ ਉਹ ਲੈਂਦਾ। ਫਿਰ ਉਹ ਦਿਨ ਰਾਤ ਮਿਹਨਤ ਕਰਦਾ, ਫਿਰ ਉਹ ਪਾਰਟ ਟਾਈਮ ਕਰਦਾ, ਫਿਰ ਉਹ ਇੰਨੀਆਂ ਮਿਹਨਤਾਂ ਔਰ ਇੰਨੀਆਂ ਕੋਸ਼ਿਸ਼ਾਂ ਕਰਦਾ ਕਿ ਨਾ ਚਾਹੁੰਦਿਆਂ ਹੋਇਆਂ ਕਿ ਜਿੱਥੇ ਉਹ ਨਹੀਂ ਪਹੁੰਚ ਸਕਦਾ ਉੱਥੇ ਵੀ ਪਹੁੰਚਦਾ। ਜਿਹੜਾ ਕੰਮ ਉਹਨੇ ਜ਼ਿੰਦਗੀ ਦੇ ਵਿੱਚ ਪਾਕਿਸਤਾਨ ਨਹੀਂ ਕੀਤਾ ਹੁੰਦਾ, ਉੱਥੇ ਜਾ ਕੇ ਕਰਦਾ, ਸਿਰਫ ਇਸ ਵਾਸਤੇ ਕਿ ਮੇਰੇ ਪਿਛਲੇ, ਮੇਰਾ ਮਾਂ ਪਿਓ, ਮੇਰੇ ਬੱਚੇ, ਮੇਰੇ ਰਿਸ਼ਤੇਦਾਰ, ਮੇਰੇ ਸਾਰੀ ਲੱਗ ਲਾ। ਫਿਰ ਉਹਨਾਂ ਲੋਕਾਂ ਦੀ ਮਦਦ ਉਹ ਕਰਦਾ ਜਿਹੜੇ ਲੋਕ ਇੱਥੇ ਉਹਦੇ ਨਾਲ ਸਿੱਧੇ ਮੂੰਹ ਸਲਾਮ ਨਹੀਂ ਲੈਂਦੇ। ਫਿਰ ਮਾਂ ਆਖਦੀ ਹੈ ਚੱਲ ਖੈਰ ਹੀ, ਫਿਰ ਪਿਓ ਆਖਦਾ ਚੱਲ ਖੈਰ ਹੀ, ਫਿਰ ਬੀਵੀ ਆਖਦੀ ਹੈ ਚੱਲ ਖੈਰ ਹੀ, ਫਿਰ ਉਹਨਾਂ ਦੀ ਵੀ ਮਦਦ ਕਰਦੇ। ਫਿਰ ਉਹਦੇ ਪੈਸਿਆਂ ਤੋਂ ਕਈ ਬੰਦੇ ਯਾਸ਼ੀ ਕਰਦੇ ਨੇ, ਕਈ ਬੰਦੇ ਯਾਸ਼ੀ ਕਰਦੇ ਨੇ ਕਿ ਜਿਹੜੇ ਸ਼ਾਇਦ ਪਾਕਿਸਤਾਨ ਉਹਦੇ ਨਾਲ ਇੱਕ ਦਫਾ ਬਹਿ ਕੇ ਰੋਟੀ ਵੀ ਨਹੀਂ ਖਾਧੀ, ਇੱਕ ਦਫਾ ਚਾਹ ਵੀ ਨਹੀਂ ਪੀਤੀ, ਉਹ ਵੀ ਉਹਦੇ ਪੈਸਿਆਂ ਦੇ ਉੱਤੋਂ ਯਾਸ਼ੀਆਂ ਵੀ ਕਰਦੇ ਨੇ ਔਰ ਆਪਣੀਆਂ ਮੁਸ਼ਕਲਾਂ ਹੱਲ ਵੀ ਕਰਦੇ ਨੇ, ਔਰ ਆਪਣੇ ਮਾਮਲਾ 'ਚ ਉਹਨਾਂ ਨੂੰ ਦੱਸ ਕੇ ਅਤੇ ਉਹਨਾਂ ਕੋਲ ਲਲਕਰ ਕੇ ਪੈਸੇ ਲੈਂਦੇ ਨੇ ਕਿ ਜੀ ਤੁਹਾਡਾ ਮੁੰਡਾ ਬਾਹਰ, ਸਾਨੂੰ ਇਹਨੇ ਦਿਓ। ਦੰਦਾ ਹੈ, ਸਾਰੇ ਕੰਮ ਕਰ। ਫਿਰ ਉਹ ਪਰਦੇਸ ਦੇ ਵਿੱਚ 1 ਮਹੀਨਾ, 2 ਮਹੀਨਾ, 6 ਮਹੀਨੇ, ਸਾਲ, ਫਿਰ ਉਹ ਐਸੇ ਕੋਸ਼ਿਸ਼ਾਂ ਵਿੱਚ ਹੁੰਦਾ ਕਿ ਹੁਣ ਮੈਂ ਵਾਪਸ ਜਾਣਾ, ਲੇਕਿਨ ਰੋਂਦਾ ਨਹੀਂ। ਅਸਲ ਜਿਹੜੀ ਗੱਲ ਸੀ ਕਿ ਰੋਂਦਾ ਨਹੀਂ। ਦਿਨ ਰਾਤ ਸਵੇਰੇ ਉੱਠਦਾ, ਸਖਤ ਸਰਦੀ ਦੇ ਵਿੱਚ ਧੁੰਦਾਂ ਪਈਆਂ ਹੁੰਦੀਆਂ ਨੇ, ਰਾਤ ਵਾਲੀ ਰੋਟੀ ਪੌਣੇ 'ਚ ਬੰਨ੍ਹ ਕੇ ਲੈ ਜਾਂਦਾ ਸਾਈਡ 'ਤੇ, ਉੱਥੇ ਜਾ ਕੇ ਖਾਂਦਾ ਹੈ, ਚਾਰ ਨਾਲ ਖਾਂਦਾ ਹੈ, ਰਾਤੇ ਦਾ ਬਚਿਆ ਹੋਇਆ ਸਾਲਣ, ਬਈ ਰੋਟੀ ਦੁਪਹਿਰ ਨੂੰ ਖਾਂਦਾ ਹੈ। ਫਿਰ ਸ਼ਾਮ ਨੂੰ ਆਣ ਕੇ ਫਿਰ ਉਹਦੇ ਮੁਕੱਦਰਾਂ ਜੇ ਲੱਭ ਜੇ ਤਾਂ ਠੀਕ ਹੈ, ਨਹੀਂ ਤਾਂ ਫਿਰ ਐਸੇ ਤਰ੍ਹਾਂ ਹੀ। ਫਿਰ ਉਹ ਕੱਪੜੇ ਧੋਂਦਾ ਹੈ, ਫਿਰ ਉਹ ਚੰਗੀਆਂ ਮਾੜੀਆਂ ਸ਼ਾਦੀਆਂ 'ਤੇ, ਵਿਆਹਾਂ 'ਤੇ, ਫਿਰ ਮੁਖਤਲਿਫ ਹੋਰ ਪ੍ਰੋਗਰਾਮ ਜਿਹੜੇ ਪਿੱਛੇ ਹੋ ਰਹੇ ਹੁੰਦੇ ਨੇ ਉਹਨਾਂ ਦਾ ਬੰਦੋਬਸਤ ਕਰਦਾ ਕਿ ਬਈ ਉਹਨਾਂ ਨੂੰ ਪੈਸੇ ਭੇਜਣੇ ਨੇ। ਫਿਰ ਈਦਾਂ 'ਤੇ, ਫਿਰ ਈਦ ਤੋਂ ਪਹਿਲਾਂ ਹੀ 10 ਦਿਨ 15 ਦਿਨ ਫੋਨ 'ਤੇ ਰਾਬਤੇ ਸ਼ੁਰੂ ਹੋ ਜਾਂਦੇ ਨੇ ਕਿ ਇੰਨੇ ਪੈਸੇ ਟੋਰੋ, ਇਹ ਚੀਜ਼ ਲੈਣੀ ਹੈ, ਇਹ ਕੱਪੜਾ ਜੁੱਤੀ ਲੈਣਾ, ਇਹ ਕੁਰਬਾਨੀ ਲੈਣੀ ਹੈ, ਫਲਾਣੀ ਚੀਜ਼। ਫਿਰ ਈਦ ਵਾਲੇ ਦਿਨ ਉਹ ਇਕੱਲਿਆਂ ਰੋਂਦਾ। ਹੁਣ ਉਹਦੇ ਰੋਣ ਦਾ ਟਾਈਮ ਸ਼ੁਰੂ ਹੋ ਗਿਆ ਕਿ ਜਦੋਂ ਸਾਰੇ ਨਮਾਜ਼ ਪੜ੍ਹ ਕੇ ਅਤੇ ਆਪਣੇ ਕੰਮਾਂ 'ਚ ਮਸਰੂਫ ਹੋ ਜਾਂਦੇ ਨੇ, ਫਿਰ ਉਹ ਘਰ ਫੋਨ ਕਰਦਾ। ਫਿਰ ਉਹਦੇ ਫੋਨ ਚੁੱਕਣ ਵਾਲਾ ਕੋਈ ਬੰਦਾ ਨਹੀਂ ਹੁੰਦਾ, ਇਸ ਵਾਸਤੇ ਕਿ ਸਾਡੇ ਕੋਲ ਟਾਈਮ ਨਹੀਂ, ਅਸੀਂ ਮਸਰੂਫ ਹਾਂ, ਕਿ ਸਾਡੇ ਕੋਲ ਬੰਦੇ ਆਏ ਨੇ, ਅਸੀਂ ਕੁਰਬਾਨੀ ਕਰਨੇ ਪਏ, ਅਸੀਂ ਹੋਰ ਬੰਦਿਆਂ ਨੂੰ ਮਿਲਣ ਗਿਲਣ ਵਿੱਚ ਮਸਰੂਫ ਹਾਂ। ਮਾਸੀ ਆਈ ਹੈ, ਚਾਚਾ ਆਏ ਹੈ, ਮਾਮਾ ਆਏ ਹੈ, ਫੁੱਫੀ ਆਈ ਹੈ, ਉਹਨਾਂ ਨੂੰ ਮਿਲਣੇ ਵਾਸਤੇ ਫਿਰ ਉਹਦਾ ਫੋਨ ਚੁੱਕਣ ਵਾਸਤੇ ਟਾਈਮ ਨਹੀਂ ਹੁੰਦਾ। ਈਦ ਵਾਲੇ ਦਿਨ ਫਿਰ ਉਹ ਕੱਲਮ ਕੱਲਾ ਆਪਣੇ ਸਰਾਣੇ 'ਤੇ ਸਿਰ ਰੱਖ ਕੇ ਫਿਰ ਰੋਂਦਾ। ਫਿਰ ਉਸ ਦਿਨ ਰੋਂਦਾ ਕਿ ਜਿਸ ਦਿਨ ਭੈਣ ਦਾ ਵਿਆਹ ਕਰਨੇ ਵਾਸਤੇ, ਭਰਾ ਦਾ ਵਿਆਹ ਕਰਨੇ ਵਾਸਤੇ, ਬੇਟੀ ਦਾ ਵਿਆਹ ਕਰਨੇ ਵਾਸਤੇ, ਫਿਰ ਉਸ ਤੋਂ ਇਲਾਵਾ ਵੀ ਕੋਈ ਚੰਗੀਆਂ ਮਾੜੀਆਂ ਸਾਰੇ ਤਗੋਤੋ ਉਹ ਕਰਦਾ, ਸਾਰੇ ਪੈਸੇ ਉਹ ਟੋਰਦਾ। ਟੋਟਲ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਦਾ ਜਿੰਨਾ ਬੰਦੋਬਸਤ, ਜਿੰਨੇ ਲੱਖ ਲੱਗਦਾ ਉਹ ਉਹਦੇ ਸਿਰ 'ਚੋਂ ਕੱਢੇ ਜਾਂਦੇ ਨੇ, ਲੇਕਿਨ ਉਹ ਮੌਜੂਦ ਨਹੀਂ ਹੁੰਦਾ।
ਉਹ ਉਸ ਦਿਨ ਵੀ ਡਿਊਟੀ 'ਤੇ ਹੁੰਦਾ ਜਿਸ ਦਿਨ ਉੱਥੇ ਵਿਆਹ ਹੁੰਦਾ। ਉਹ ਉਸ ਦਿਨ ਵੀ ਸਰੀਆ ਸਿਰ 'ਤੇ ਚੁੱਕ ਕੇ ਅਤੇ 18ਵੀਂ ਬਿਲਡਿੰਗ ਦੇ ਕੰਮ ਲੱਗਾ ਹੁੰਦਾ ਤਪਦੀ ਧੁੱਪ ਦੇ ਵਿੱਚ, ਲੇਕਿਨ ਉੱਥੇ ਮੌਜੂਦ ਨਹੀਂ ਹੁੰਦਾ। ਉਸ ਦਿਨ ਰੋਂਦਾ ਕਿ ਕਾਸ਼ ਮੈਂ ਅੱਜ ਉੱਥੇ ਹੁੰਦਾ। ਇਹ ਪਰਦੇਸੀ ਦੀ ਜ਼ਿੰਦਗੀ ਹੈ ਔਰ ਇਹ ਉਹਦਾ ਰੋਣਾ ਹੈ। ਅਗਰ ਕੋਈ ਪਰਦੇਸੀ ਭਰਾ ਸੁਣਦਾ ਪਿਆ ਤੇ ਇਹ ਸਾਰਿਆਂ ਵਾਸਤੇ ਲਮਹਾ ਫਿਕਰੀ ਹੈ ਕਿ ਉਹਨਾਂ ਨੂੰ ਲਮਹਾ ਬੇਲਮਹਾ ਜਿਨ੍ਹਾਂ ਨੇ ਤੁਹਾਡੇ ਵਾਸਤੇ ਇੱਕ ਇੱਕ ਪਲ, ਇੱਕ ਇੱਕ ਘੰਟਾ, ਇੱਕ ਇੱਕ ਦਿਨ ਕੀਮਤੀ ਵਕਤ ਆਪਣਾ ਜ਼ਾਇਆ ਕੀਤਾ, ਫਿਰ ਉਹਨਾਂ ਨੇ ਤੁਹਾਡੇ ਵਾਸਤੇ ਤਨ ਮਨ ਧਨ ਜਿਹੜੀ ਜਵਾਨੀ ਫਿਰ ਖੂਨ ਪਸੀਨੇ ਦੀ ਕਮਾਈ ਤੁਹਾਡੇ ਵਾਸਤੇ ਭੇਜੀ ਔਰ ਤੁਸੀਂ ਉਹ ਦਿਨ ਉਹਨਾਂ ਦੇ ਨਾਲ ਬੇਵਫਾਈ ਜਾਂ ਸਖਤ ਲਹਿਜਾ ਜਦੋਂ ਯੂਜ਼ ਕਰਦੇ ਹੋ ਨਾ, ਫਿਰ ਉਹਨਾਂ ਦਾ ਦਿਲ ਰੋਂਦਾ।